ਜੋਤੀ ਧਾਮੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇਸ ਸਮੇਂ ਪੂਰੇ ਸੰਸਾਰ ਦੇ ਵਿੱਚ ਇੱਕ ਮੁੱਦਾ ਸਭ ਤੋਂ ਵੱਧ ਸਰਗਰਮ ਹੋਇਆ ਪਿਆ ਤੇ ਉਹ ਮੁੱਦਾ ਹੈ ਤਾਲਿਬਾਨ ਦਾ, ਅਫਗਾਨਿਸਤਾਨ ਦਾ। ਅੱਜ ਆਪਾਂ ਗੱਲ ਕਰਾਂਗੇ ਤਾਲਿਬਾਨ ਦੇ ਇਤਿਹਾਸ ਦੀ ਕਿ ਇਸ ਦਾ ਜਨਮ ਕਿਵੇਂ ਹੋਇਆ, ਕਿਸ ਨੇ ਇਸ ਦੀ ਸ਼ੁਰੂਆਤ ਕੀਤੀ। ਅਫਗਾਨਿਸਤਾਨ ਦੇ ਵਿੱਚ 1994 ਦੇ ਵਿੱਚ ਮਤਲਬ ਜਿਹੜੀ ਉੱਥੋਂ ਦੀ ਗੌਰਮੈਂਟ ਸੀ, ਉੱਥੋਂ ਦੀ ਸਰਕਾਰ ਸੀ, ਉਹਦਾ ਉੱਥੋਂ ਦੇ ਲੋਕਾਂ ਪ੍ਰਤੀ ਰਵੱਈਆ ਕੋਈ ਜ਼ਿਆਦਾ ਵਧੀਆ ਨਹੀਂ ਸੀ। ਇਸ ਦੇ ਲਈ ਉੱਥੇ ਇੱਕ ਨੌਜਵਾਨ ਸੀ ਜਿਸ ਦਾ ਨਾਂ ਸੀ ਮੁੱਲਾ ਸਲਾਮ ਅਬਦੁਲ ਜਾਇਫ। ਉਹ ਸੋਵੀਅਤ ਦੇ ਸਮੇਂ ਜਦੋਂ ਸੋਵੀਅਤ ਨਾਲ ਇਹਨਾਂ ਦਾ ਵਿਵਾਦ ਸੀ ਚੱਲਦਾ ਅਫਗਾਨਿਸਤਾਨ ਦਾ, ਉਹ ਸੋਵੀਅਤ ਦੇ ਸਮੇਂ ਜਾਇਫ ਮੁਜਾਹਿਦ ਰਹਿ ਚੁੱਕਿਆ ਸੀ ਤੇ ਉਸਨੇ ਸੋਚਿਆ ਕਿਉਂ ਨਾ ਇੱਕ ਟੀਮ ਬਣਾਈ ਜਾਵੇ, ਇੱਕ ਫੋਰਸ ਇਕੱਠੀ ਕੀਤੀ ਜਾਵੇ ਨੌਜਵਾਨਾਂ ਦੀ, ਜਿਨ੍ਹਾਂ ਦੇ ਨਾਲ ਅਫਗਾਨਿਸਤਾਨ ਦੀ ਸਰਕਾਰ ਦਾ ਤਖਤਾ ਪਲਟ ਕੀਤਾ ਜਾਵੇ, ਉੱਥੇ ਚੜ੍ਹਾਈ ਕੀਤੀ ਜਾਵੇ ਤੇ ਉੱਥੋਂ ਜਿਹੜੀ ਹਕੂਮਤ ਆ ਉਹਨੂੰ ਸਿੱਟਿਆ ਜਾਵੇ। ਇਸ ਦੇ ਲਈ ਉਹਨੇ ਥੋੜ੍ਹੇ ਨੌਜਵਾਨ ਆਪਣੇ ਨਾਲ ਇਕੱਠੇ ਕੀਤੇ। ਉਸ ਤੋਂ ਬਾਅਦ ਜਦੋਂ ਉਹ ਮੁਜਾਹਿਦ ਸੀ ਸੋਵੀਅਤ ਦੇ ਟਾਈਮ, ਉਹਦੇ ਨਾਲ ਉਸ ਸਮੇਂ ਇੱਕ ਮੁਜਾਹਿਦ ਸੀ ਨੌਜਵਾਨ ਜਿਹਦਾ ਨਾਂ ਸੀ ਮੁੱਲਾ ਮੁਹੰਮਦ ਉਮਰ, ਜਿਹੜਾ ਕਿ ਬਹੁਤ ਤੇਜ਼ ਤਰਾਰ ਮੁਜਾਹਿਦ ਸੀ, ਜਿਸ ਦੇ ਮਤਲਬ ਬਹਾਦਰੀ ਦੀਆਂ ਬਹੁਤ ਸਾਰੇ ਕਿੱਸੇ ਸੀ। ਜਦੋਂ ਸੋਵੀਅਤ ਦੇ ਨਾਲ ਮੁਜਾਹਿਦ ਸੀ ਤਾਂ ਜਾਇਫ ਨੇ ਸੋਚਿਆ ਵੀ ਕਿਉਂ ਨਾ ਵੀ ਮੁੱਲਾ ਮੁਹੰਮਦ ਉਮਰ ਤੱਕ ਪਹੁੰਚ ਕੀਤੀ ਜਾਵੇ, ਉਹਨੂੰ ਆਪਣੇ ਨਾਲ ਇਸ ਮਿਸ਼ਨ ਦੇ ਵਿੱਚ ਰਲਾਇਆ ਜਾਵੇ। ਤੇ ਜੋ ਮੁੱਲਾ ਮੁਹੰਮਦ ਉਮਰ ਸੀ ਉਹ ਅਫਗਾਨਿਸਤਾਨ ਦੇ ਕੰਧਾਰ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ, ਉੱਥੇ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਿਹਾ ਸੀ। ਤੇ ਜਾਇਫ ਨੇ ਆਪਣੇ ਨਾਲ ਕੁਝ ਮੁੰਡਿਆਂ ਨੂੰ ਲੈ ਕੇ, ਜਿਹੜੇ ਉਹਨੇ ਆਪਣੇ ਨਾਲ ਟੀਮ 'ਚ ਥੋੜ੍ਹੇ ਚੁਣੇ ਸੀ, ਉਹ ਉਹਦੇ ਕੋਲੇ ਪਹੁੰਚਿਆ ਮੁੱਲਾ ਮੁਹੰਮਦ ਉਮਰ ਕੋਲੇ। ਉਹਨੇ ਉਹਨੂੰ ਸਾਰੀ ਗੱਲਬਾਤ ਦੱਸੀ ਤੇ ਕਿਹਾ ਵੀ ਤੂੰ ਸਾਡੀ ਜਿਹੜੀ ਲੀਡਰਸ਼ਿਪ ਆ ਇਹਨੂੰ ਸਵੀਕਾਰ ਕਰ ਲਾ। ਉਹਨੂੰ ਸਾਰੀ ਕਹਾਣੀ ਦੱਸੀ ਵੀ ਸਾਡਾ ਆਹ ਪਲਾਨ ਆ ਤੇ ਮੁੱਲਾ ਮੁਹੰਮਦ ਉਮਰ ਨੇ ਵੀ ਸਾਰੀ ਗੱਲ ਮਤਲਬ ਉਦੋਂ ਹੀ ਉਹਦੀ ਮੰਨ ਲਈ, ਸਵੀਕਾਰ ਕਰ ਲਈ ਉਹਦੇ ਨਾਲ, ਮਤਲਬ ਉਹਦੇ ਮਿਸ਼ਨ ਦੇ ਵਿੱਚ। ਤੇ ਜਦੋਂ ਸੋਵੀਅਤ ਦੇ ਟਾਈਮ ਵਿੱਚ ਇੱਕ ਬੰਬ ਬਲਾਸਟ ਦੇ ਵਿੱਚ ਇਹਦੀ ਸੱਜੀ ਅੱਖ ਦੇ ਵਿੱਚ ਸ਼ਰਰੇ ਵੱਜੇ ਸੀ ਤਾਂ ਇਹਦੀ ਸੱਜੀ ਅੱਖ ਉਦੋਂ ਦੀ ਬਿਲਕੁਲ ਖ਼ਰਾਬ ਹੋ ਗਈ ਸੀ, ਸੱਜੀ ਅੱਖ ਇਹਦੀ ਹੈ ਹੀ ਨਹੀਂ ਸੀ ਮੁੱਲਾ ਮੁਹੰਮਦ ਉਮਰ ਦੀ। ਤੇ ਕੁਝ ਲੋਕ ਜਿਹੜੇ ਉਹਨੂੰ ਨਾਇਕ ਮੰਨਦੇ ਆ ਜਾਂ ਆਪਣਾ ਹੀਰੋ ਮੰਨਦੇ ਆ, ਉਹਨਾਂ ਦੇ ਮੁਤਾਬਕ ਕਹਾਣੀ ਆ ਸੱਚੀ ਆ ਜਾਂ ਨਹੀਂ ਪਤਾ ਨਹੀਂ, ਪਰ ਉਹਦੇ ਜਿਹੜੇ ਚਾਹੁਣ ਵਾਲੇ ਉਹ ਕਹਿੰਦੇ ਆ ਵੀ ਜਦੋਂ ਉਹਦੀ ਅੱਖ ਜ਼ਖਮੀ ਹੋਈ ਸੀ ਮੁੱਲਾ ਮੁਹੰਮਦ ਉਮਰ ਦੀ ਤਾਂ ਉਹ ਡਰਿਆ ਨਹੀਂ, ਸਗੋਂ ਉਹਨੇ ਆਪਣੇ ਖੰਜਰ ਨਾਲ ਆਪਣੀ ਜ਼ਖਮੀ ਅੱਖ ਸਰੀਰ ਤੋਂ ਬਾਹਰ ਕੱਢ ਕੇ ਸਿੱਟਤੀ ਸੀ। ਮਤਲਬ ਕਿ ਉਹ ਇੰਨਾ ਦਲੇਰ ਸੀਗਾ। ਇਸ ਤੋਂ ਬਾਅਦ ਮੁੱਲਾ ਮੁਹੰਮਦ ਉਮਰ ਤੇ ਜਾਇਫ ਇੱਕ ਮਸਜਿਦ 'ਚ ਉੱਥੇ ਕੰਧਾਰੀ, ਉੱਥੇ 50 ਨੌਜਵਾਨਾਂ ਦੇ ਨਾਲ ਜਾਂਦੇ ਆ। ਉੱਥੇ ਆਪਣੇ ਗਰੁੱਪ ਨੂੰ ਤਾਲਿਬਾਨ ਦਾ ਨਾਂ ਦਿੰਦੇ ਆ ਤੇ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੀ ਇਹ ਸਰਕਾਰ ਆ, ਆਪਾਂ ਇਹਨਾਂ ਦਾ ਤਖਤਾ ਪਲਟ ਕਰਾਂਗੇ, ਅਸੀਂ ਆਪਣੀ ਸਰਕਾਰ ਬਣਾਵਾਂਗੇ, ਇੱਥੇ ਸ਼ਾਂਤੀ ਲੈ ਕੇ ਆਵਾਂਗੇ ਅਫਗਾਨਿਸਤਾਨ ਦੇ ਵਿੱਚ। ਲੋਕਾਂ ਨੂੰ ਕਿਉਂਕਿ ਇਕੱਠਾ ਕਰਨਾ ਬਹੁਤ ਜ਼ਰੂਰੀ ਸੀ, ਲੋਕਾਂ ਤੋਂ ਬਿਨਾਂ ਤਖਤਾ ਪਲਟ ਕਰਨਾ ਕਿਸੇ ਵੀ ਦੇਸ਼ ਦੇ ਵਿੱਚ ਬਿਲਕੁਲ ਵੀ ਮਤਲਬ ਕਿ ਸੰਭਵ ਨਹੀਂ ਹੈਗਾ। ਉਹਨੇ ਲੋਕਾਂ ਨੂੰ ਸਾਰਾ ਆਪਣਾ ਪਲਾਨ ਦੱਸਿਆ ਵੀ ਜਦੋਂ ਸਾਡੀ ਗੌਰਮੈਂਟ ਆਈ ਤਾਂ ਅਸੀਂ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਲੈ ਕੇ ਆਵਾਂਗੇ, ਹੋਰ ਜਿਹੜੀਆਂ ਡਿਵੈਲਪਮੈਂਟ ਆ ਉਹ ਸਾਰੀਆਂ ਕਰਾਂਗੇ, ਹੋਰ ਮਤਲਬ ਜਿਹੜੇ ਕੁੜੀਆਂ ਨੂੰ ਜਿਹੜੇ ਅਧਿਕਾਰ ਆ ਉਹ ਸਾਰਾ ਕੁਝ ਦੇਵਾਂਗੇ। ਮਤਲਬ ਸਾਰੀਆਂ ਉਹਨੇ ਉਹਨਾਂ ਲੋਕਾਂ ਦੇ ਨਾਲ ਉੱਥੇ ਮਤਲਬ ਪੂਰੇ ਵਾਅਦੇ ਕੀਤੇ। ਪਰ ਉਦੋਂ ਕੀ ਪਤਾ ਸੀ ਕਿਸੇ ਨੂੰ ਵੀ ਜਿਹੜਾ ਇਹ ਸ਼ਾਂਤੀ ਦਾ ਰਾਹ ਕਿੰਨੀਆਂ ਹੀ ਲੋਕਾਂ ਦੀਆਂ ਲਾਸ਼ਾਂ ਦੇ ਉੱਪਰੋਂ ਹੋ ਕੇ ਜਾਣਾ। ਇਸ ਤੋਂ ਇਲਾਵਾ ਉਹਨਾਂ ਨੂੰ ਕਾਬਲ 'ਤੇ ਚੜ੍ਹਾਈ ਕਰਨ ਲਈ, ਰਾਜਧਾਨੀ ਦੇ ਲਈ ਉਹਨਾਂ ਨੂੰ ਹਥਿਆਰਾਂ ਦੀ ਲੋੜ ਸੀ। ਇਸ ਦੇ ਲਈ ਮੁੱਲਾ ਮੁਹੰਮਦ ਉਮਰ ਤੇ ਜਾਇਫ, ਇਹ ਪਾਕਿਸਤਾਨ ਦੀ ਸਰਹੱਦ ਦੇ ਨਾਲ ਇੱਕ ਪਿੰਡ ਲੱਗਦਾ ਸਪੇਨ ਬੁਲਦਾਕ, ਇਹ ਆਪਣੇ 200 ਮਤਲਬ ਨੌਜਵਾਨ ਜਿਹੜੇ ਇਹਨਾਂ ਨੇ ਆਪਣੇ ਨਾਲ ਇਕੱਠੇ ਕੀਤੇ ਸੀ ਤਾਲਿਬਾਨ ਨੇ, ਉਹਨਾਂ ਨੂੰ ਨਾਲ ਲੈ ਕੇ ਸਪੇਨ ਬੁਲਦਾਕ ਜਿਹੜਾ ਪਿੰਡ ਸੀ ਉੱਤੇ ਕਬਜ਼ਾ ਕਰ ਲੈਂਦੇ। ਕਿਉਂਕਿ ਉਹ ਪਿੰਡ ਦੇ ਨਾਲ ਇੱਕ ਪਹਾੜ ਸੀ ਤੇ ਪਹਾੜ ਦੇ ਨਾਲ ਉੱਥੇ ਗੁਫਾਵਾਂ ਬਣੀਆਂ ਸੀ। ਉਹ ਗੁਫਾਵਾਂ ਦੇ ਵਿੱਚ ਸੋਵੀਅਤ ਦੇ ਟਾਈਮ ਦੇ ਹਥਿਆਰ ਦੱਬੇ ਹੋਏ ਸੀ, ਕਿਉਂਕਿ ਇਹ ਦੋਨੋਂ ਮੁਜਾਹਿਦ ਰਹਿ ਚੁੱਕੇ ਸੀ ਉਸ ਦੌਰ ਦੇ ਵਿੱਚ, ਤਾਂ ਇਹਨਾਂ ਨੇ ਉਹ ਹਥਿਆਰਾਂ 'ਤੇ ਕਬਜ਼ਾ ਕਰ ਲਿਆ। ਉਹ ਹਥਿਆਰਾਂ ਦੇ ਨਾਲ ਇਹਨਾਂ ਨੇ ਜਿਹੜਾ ਸਾਰਾ ਕੰਧਾਰ ਸੀ ਉੱਤੇ ਵੀ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਸੀ ਉਹਨਾਂ ਨੇ ਹਥਿਆਰਾਂ ਦੇ ਜ਼ੋਰ ਨਾਲ ਜਿੱਤ ਲਏ। ਇਸ ਤੋਂ ਬਾਅਦ ਹੁਣ ਉਹਨਾਂ ਦਾ ਅਗਲਾ ਨਿਸ਼ਾਨਾ ਸੀ ਅਫਗਾਨਿਸਤਾਨ ਦੀ ਜਿਹੜੀ ਰਾਜਧਾਨੀ ਸੀ ਕਾਬਲ, ਉਹਦੇ 'ਤੇ ਚੜ੍ਹਾਈ ਕੀਤੀ ਜਾਵੇ, ਉਹਦੇ 'ਤੇ ਕਬਜ਼ਾ ਕੀਤਾ ਜਾਵੇ। ਇਹਦੇ ਲਈ ਬਹੁਤ ਜ਼ਿਆਦਾ ਲੋਕਾਂ ਦੀ ਹੁਣ ਲੋੜ ਸੀ ਉਹਨਾਂ ਨੂੰ। ਇਹਦੇ ਲਈ ਉੱਥੇ ਕੰਧਾਰ ਦੇ ਵਿੱਚ ਹੀ, ਜਿੱਥੇ ਮੁੱਲਾ ਮੁਹੰਮਦ ਉਮਰ ਦਾ ਪਿੰਡ ਸੀ,
ਕਿਉਂਕਿ ਸਾਰੀ ਬਾਗਡੋਰ ਸ਼ੁਰੂਆਤ ਜਾਇਫ ਨੇ ਕੀਤੀ ਸੀ, ਪਰ ਬਾਅਦ 'ਚ ਉਹਨੇ ਸਾਰੀ ਬਾਗਡੋਰ ਮੁੱਲਾ ਮੁਹੰਮਦ ਉਮਰ ਨੂੰ ਸੌਂਪਤੀ ਸੀ ਤਾਲੀਬਾਨ ਦੀ, ਜਦੋਂ ਤਾਲੀਬਾਨ ਦੀ ਸ਼ੁਰੂਆਤ ਹੋਈ ਆ। ਤੇ ਲੋਕ ਕਾਬਲ ਤੇ ਹੁਣ ਚੜ੍ਹਾਈ ਕਰਨ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਸੀ। ਇਸ ਲਈ ਉੱਥੇ ਕੰਧਾਰ ਦੇ ਵਿੱਚ ਇੱਕ ਮਸਜਿਦ ਸੀ। ਉਸ ਮਸਜਿਦ ਦੇ ਵਿੱਚ ਬਹੁਤ ਮਤਲਬ ਸੁਰੱਖਿਆ ਦੇ ਵਿੱਚ ਇੱਕ ਗੁਫਾ ਦੇ ਵਿੱਚ ਕੋਠੜੀ ਦੇ ਵਿੱਚ ਬਹੁਤ ਡੱਬਿਆਂ ਦੇ ਵਿੱਚ ਬੰਦ ਇੱਕ ਚੋਂਗਾ ਪਿਆ ਸੀ। ਕਿਹਾ ਜਾਂਦਾ ਸੀ ਕਿ ਉਹ ਚੋਂਗਾ ਪੈਗੰਬਰ ਮੁਹੰਮਦ ਦਾ ਚੋਂਗਾ ਆ, ਜਿਹੜਾ ਕਿ ਮੁਸਲਮਾਨਾਂ ਦੇ ਮਤਲਬ ਸਭ ਤੋਂ ਮੋਢੀ ਨੇ, ਹੈ ਨਾ, ਜਿਨ੍ਹਾਂ ਨੇ ਮੁਸਲਮਾਨ ਜਿਹਨੂੰ ਸਭ ਤੋਂ ਵੱਧ ਮੰਨਦੇ ਨੇ, ਉਸ ਪੈਗੰਬਰ ਮੁਹੰਮਦ ਦਾ ਕਿਹਾ ਜਾਂਦਾ ਸੀ ਕਿ ਉਹ ਚੋਂਗਾ ਆ। ਉਸ ਤੱਕ ਪਹੁੰਚਣ ਲਈ ਬਹੁਤ ਦਰਵਾਜ਼ੇ ਸੀ ਉੱਥੇ ਮਸਜਿਦ 'ਚ। ਉਹਨਾਂ ਹਰੇਕ ਦਰਵਾਜ਼ਿਆਂ ਨੂੰ 3-3 ਤਾਲੇ ਲੱਗੇ ਸੀ। ਤਿੰਨਾਂ ਤਾਲਿਆਂ ਦੀਆਂ ਜਿਹੜੀਆਂ ਚਾਬੀਆਂ ਸੀ ਉਹ 3 ਅਲੱਗ-ਅਲੱਗ ਲੋਕਾਂ ਕੋਲੇ ਹੁੰਦੀਆਂ ਸੀ। ਉਸ ਤੋਂ ਬਾਅਦ ਕੋਠੜੀ ਸੀ, ਉਸ ਤੋਂ ਕੋਠੜੀ ਦੇ ਵਿੱਚ ਡੱਬੇ ਸੀ, ਡੱਬਿਆਂ ਦੇ ਵਿੱਚ ਡੱਬੇ ਐਂ ਬੰਦ ਕਰਕੇ ਇੱਕ ਆਖਰ ਦੇ ਵਿੱਚ ਚਾਂਦੀ ਦਾ ਡੱਬਾ ਸੀ। ਉਹ ਚਾਂਦੀ ਦੇ ਡੱਬੇ ਦੇ ਵਿੱਚ ਉਹ ਚੋਂਗਾ ਪਿਆ ਸੀ ਪੈਗੰਬਰ ਮੁਹੰਮਦ ਦਾ। ਉਹ ਬਹੁਤ ਸਾਲ ਪਹਿਲੋਂ ਸਦੀਆਂ ਪਹਿਲੋਂ ਕਿਸੇ ਰਾਜੇ ਨੇ ਬੜੀ ਸੁਰੱਖਿਆ ਨਾਲ ਉੱਥੇ ਮਤਲਬ ਕਿ ਡੱਬੇ ਦੇ ਵਿੱਚ ਰੱਖ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਇਹਨੂੰ ਖੋਲ੍ਹਣ ਦਾ ਅਧਿਕਾਰ ਸਿਰਫ ਅਫਗਾਨਿਸਤਾਨ ਦੇ ਸ਼ਾਸਕ ਕੋਲ ਹੀ ਹੋਊਗਾ, ਇਸ ਤੋਂ ਇਲਾਵਾ ਹੋਰ ਇਸ ਨੂੰ ਕੋਈ ਨਹੀਂ ਖੋਲ੍ਹ ਸਕਦਾ। ਉਹ ਵੀ ਤਾਂ ਜਦੋਂ ਅਫਗਾਨਿਸਤਾਨ 'ਤੇ ਕੋਈ ਬਹੁਤ ਵੱਡੀ ਮੁਸੀਬਤ ਹੋਈ, ਕੋਈ ਸਮੱਸਿਆ ਆ ਗਈ, ਜਦੋਂ ਕੋਈ ਹੋਰ ਦੇਸ਼ ਨੇ ਅਟੈਕ ਕਰਤਾ, ਉਹਨਾਂ ਨੂੰ ਉੱਥੋਂ ਜਾਣਾ ਪਿਆ, ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ, ਤਾਂ ਹੀ ਇਸ ਚੋਂਗੇ ਨੂੰ ਖੋਲ੍ਹਿਆ ਜਾਣਾ। ਪਰ ਜਿਹੜਾ ਮੁੱਲਾ ਮੁਹੰਮਦ ਉਮਰ ਸੀ ਉਹ ਇਸ ਚੋਂਗੇ ਤੱਕ ਪਹੁੰਚ ਜਾਂਦਾ। ਜਿਹੜੇ ਵੀ ਲੋਕ ਚਾਹੀਦੇ ਸੀ ਉਹਨਾਂ ਨੂੰ ਨਾਲ ਲੈ ਕੇ ਆਪਣੇ ਹਥਿਆਰਾਂ ਦੇ ਜ਼ੋਰ ਨਾਲ ਜਾਂ ਕਿਸੇ ਵੀ ਤਰ੍ਹਾਂ ਉਹ ਚੋਂਗੇ ਤੱਕ ਪਹੁੰਚ ਜਾਂਦਾ। ਚੋਂਗੇ ਕੋਲ ਪਹੁੰਚ ਕੇ ਉਸ ਸਮੇਂ ਜੁਮੇ ਦੀ ਸ਼ਾਮ ਦੀ ਗੱਲ ਸੀ। ਇਹ ਚੋਂਗੇ ਕੋਲ ਪਹੁੰਚ ਕੇ ਮੁੱਲਾ ਮੁਹੰਮਦ ਉਮਰ ਰੇਡੀਓ 'ਤੇ ਅਨਾਊਂਸਮੈਂਟ ਕਰਦਾ ਵੀ ਜਿਸ ਕਿਸੇ ਨੇ ਵੀ ਪੈਗੰਬਰ ਮੁਹੰਮਦ ਦੇ ਚੋਂਗੇ ਦੇ ਦਰਸ਼ਨ ਕਰਨੇ ਆ, ਉਹ ਅਗਲੇ ਜੁਮੇ ਨੂੰ ਸ਼ਾਮ 7 ਵਜੇ ਮਤਲਬ ਕਿ ਜਿਹੜੀ ਪੁਰਾਣੀ ਮਸਜਿਦ ਆ ਇੱਥੇ ਪਹੁੰਚ ਜਾਵੇ। ਤੈਅ ਵਕਤ 'ਤੇ ਲੋਕਾਂ ਦਾ ਹਜੂਮ ਹੜ੍ਹ ਆ ਗਿਆ ਉੱਥੇ ਪੈਗੰਬਰ ਮੁਹੰਮਦ ਦੇ ਚੋਂਗੇ ਦੇ ਦਰਸ਼ਨ ਕਰਨ ਨੂੰ। ਅਤੇ ਜਦੋਂ ਲੋਕ ਉੱਥੇ ਇਕੱਠੇ ਹੋ ਗਏ ਤਾਂ ਲੋਕਾਂ ਨੇ ਉੱਪਰ ਛੱਤ ਵੱਲ ਦੇਖਿਆ ਤਾਂ ਇੱਕ ਨੌਜਵਾਨ ਆਪਣੀ ਹਥੇਲੀ ਦੇ ਵਿੱਚ ਪੈਗੰਬਰ ਮੁਹੰਮਦ ਦਾ ਚੋਂਗਾ ਉਹਨਾਂ ਨੇ ਫਸਾਇਆ ਸੀ ਅਤੇ ਉਹਨੂੰ ਲਹਿਰਾ ਰਿਹਾ ਸੀ, ਅਤੇ ਉਹ ਮੁੱਲਾ ਮੁਹੰਮਦ ਉਮਰ ਹੀ ਸੀ। ਲੋਕਾਂ ਦੇ ਵਿੱਚ ਪੈਗੰਬਰ ਮੁਹੰਮਦ ਦਾ ਚੋਂਗਾ ਦੇਖ ਕੇ ਇੱਕ ਅਲੱਗ ਹੀ ਤਰ੍ਹਾਂ ਦਾ ਜੋਸ਼ ਆ ਗਿਆ। ਉਹਨਾਂ ਸਾਰੀ ਮਤਲਬ ਕਿ ਜਿਹੜੀ ਭੀੜ ਸੀ, ਲੋਕਾਂ ਦਾ ਹਜੂਮ ਆਇਆ ਹੋਇਆ ਸੀ, ਉਹਨਾਂ ਨੇ ਸਾਰਿਆਂ ਨੇ ਰਲ ਕੇ ਨਾਅਰਾ ਲਾਇਆ, ਅਮੀਰ ਉਲ ਮੁਮਨੀਨ, ਅਮੀਰ ਉਲ ਮੁਮਨੀਨ। ਮਤਲਬ ਉਹਨਾਂ ਦਾ ਇਹ ਸੀ ਕਿ ਉਹਨਾਂ ਨੇ ਉਸ ਨੌਜਵਾਨ ਨੂੰ, ਮੁੱਲਾ ਮੁਹੰਮਦ ਉਮਰ ਨੂੰ ਆਪਣਾ ਹੀਰੋ ਮੰਨ ਲਿਆ, ਆਪਣਾ ਨਾਇਕ ਮੰਨ ਲਿਆ, ਕਿਉਂਕਿ ਉਸ ਮੁੱਲਾ ਮੁਹੰਮਦ ਉਮਰ ਨੇ ਉਹਨਾਂ ਨੂੰ ਪੈਗੰਬਰ ਮੁਹੰਮਦ ਦੇ ਜਿਹੜੇ ਚੋਂਗੇ ਦੇ ਦਰਸ਼ਨ ਕਰਾਏ ਸੀ। ਹੁਣ ਬਹੁਤ ਲੋਕਾਂ ਦਾ ਜਿਹੜਾ ਸਾਥ ਤਾਲੀਬਾਨ ਦੇ ਨਾਲ ਹੋ ਗਿਆ। ਇਸ ਤੋਂ ਬਾਅਦ ਕੁਝ ਹਥਿਆਰ ਜਿਹੜੇ ਉਹਨਾਂ ਨੇ ਸਪੇਨ ਬੁਲਦਾਗ ਤੋਂ ਮਤਲਬ ਕਬਜ਼ਾ ਕੀਤਾ ਸੀ ਗੁਫਾ ਦੇ ਵਿੱਚ, ਉੱਥੇ ਲੁੱਟ ਕੇ ਲੈ ਕੇ ਆਏ ਸੀ। ਇਹਨਾਂ ਹਥਿਆਰਾਂ ਦੇ ਨਾਲ ਉਹਨਾਂ ਨੇ ਅਫਗਾਨਿਸਤਾਨ ਦੀ ਜਿਹੜੀ ਰਾਜਧਾਨੀ ਸੀ ਉਹਦੇ 'ਤੇ ਚੜ੍ਹਾਈ ਕਰਤੀ, ਅਤੇ 2 ਸਾਲਾਂ ਦੇ ਵਿੱਚ ਹੀ 1996 ਤੱਕ ਉਹਨਾਂ ਨੇ ਅਫਗਾਨਿਸਤਾਨ ਦੀ ਜਿਹੜੀ ਰਾਜਧਾਨੀ ਸੀ ਕਾਬੁਲ, ਉਹਦੇ 'ਤੇ ਵੀ ਕਬਜ਼ਾ ਕਰ ਲਿਆ। ਉੱਥੇ ਕਬਜ਼ਾ ਕਰਨ ਤੋਂ ਬਾਅਦ ਉਹਨਾਂ ਨੂੰ ਅਫਗਾਨਿਸਤਾਨ ਗੌਰਮੈਂਟ ਦੇ ਬਹੁਤ ਵੱਡਾ ਇੱਕ ਹਥਿਆਰਾਂ ਦਾ ਜਿਹੜਾ ਜ਼ਖੀਰਾ ਉਹਨਾਂ ਦੇ ਹੱਥ ਲੱਗ ਗਿਆ, ਜਿਹਦੇ ਵਿੱਚ ਹਥਿਆਰਬੰਦ ਗੱਡੀਆਂ, ਆਰਮਸ, ਟੈਂਕ, ਤੋਪਾਂ, ਇਸ ਤੋਂ ਇਲਾਵਾ ਜਿਹੜੇ ਸਭ ਤੋਂ ਜ਼ਰੂਰੀ ਸੀ MiG-21 ਜਿਹੜੇ ਲੜਾਕੂ ਜਹਾਜ਼ ਸੀ, ਉਹ ਉਹਨਾਂ ਨੂੰ ਮਿਲ ਗਏ, ਜਿਹੜੇ ਕਿ ਜਿਨ੍ਹਾਂ ਦੀ ਗਿਣਤੀ 6 ਸੀ। ਉਹ 6 ਜਹਾਜ਼ ਵੀ ਇਹਨਾਂ ਦੇ ਤਾਲੀਬਾਨ ਦੇ ਹੱਥ ਲੱਗ ਗਏ। ਹੁਣ ਇਸ ਤੋਂ ਬਾਅਦ ਤਾਂ ਉਹਨਾਂ ਨੂੰ ਇਹ ਸੀ ਵੀ ਕਿ ਹੁਣ ਉਹਨਾਂ ਨੂੰ ਰੋਕਣਾ ਲਗਭਗ ਅਸੰਭਵ ਆ। ਇਸ ਤੋਂ ਬਾਅਦ ਇਹਨਾਂ ਜਹਾਜ਼ਾਂ ਦੇ, ਲੜਾਕੂ ਜਹਾਜ਼ਾਂ ਦੇ ਸਿਰ 'ਤੇ, ਹਥਿਆਰਾਂ ਦੇ ਸਿਰ 'ਤੇ ਉਹਨਾਂ ਨੇ ਹੋਰ 2-3 ਮਹੀਨਿਆਂ ਦੇ ਵਿੱਚ ਸਾਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ। ਇਹ ਰਾਜ ਇਸੇ ਤਰ੍ਹਾਂ ਹੌਲੀ ਹੌਲੀ ਉਹਨਾਂ ਦਾ ਜਿਹੜਾ ਸ਼ਾਸਨ ਚੱਲੀ ਗਿਆ। ਪਰ ਕੁਝ ਲੋਕਾਂ ਦਾ ਕਹਿਣਾ ਸੀ ਵੀ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਤਖਤਾ ਪਲਟ ਕਰਕੇ ਆਪਾਂ ਸ਼ਾਂਤੀ ਲੈ ਕੇ ਆਵਾਂਗੇ ਸਭ ਕੁਝ, ਪਰ ਇਸ ਤੋਂ ਬਿਲਕੁਲ ਉਲਟ ਹੋਣ ਲੱਗ ਪਿਆ, ਕਿਉਂਕਿ ਜਿਹੜਾ ਮੁੱਲਾ ਮੁਹੰਮਦ ਉਮਰ ਸੀ, ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਕੱਟੜ ਸੀ। ਉਹਨੇ ਕੁੜੀਆਂ 'ਤੇ ਬਹੁਤ ਸਾਰੀਆਂ ਪਾਬੰਦੀਆਂ ਲਾਤੀਆਂ। ਉਹਨਾਂ ਦੇ ਮਤਲਬ ਬੁਰਕਾ ਪਾਉਣਾ ਉਹਨਾਂ ਨੂੰ ਜ਼ਰੂਰੀ ਕਰਤਾ। ਇਸ ਤੋਂ ਇਲਾਵਾ ਮਰਦਾਂ ਨੂੰ ਦਾੜ੍ਹੀ ਰੱਖਣੀ ਜ਼ਰੂਰੀ ਕਰਤੀ। ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰਤਾ। ਉਹ ਸਿਰਫ ਉਹਨਾਂ ਨੇ, ਉਹਦਾ ਕਹਿਣਾ ਸੀ, ਜਿਹੜਾ ਕਮਾਂਡਰ ਸੀ ਤਾਲੀਬਾਨ ਦਾ, ਮੁੱਲਾ ਮੁਹੰਮਦ ਉਮਰ,
कि औरਤਾਂ सिर्फ उस समय ही घरों बाहर निकलणगीਆਂ ਜਦੋਂ ਉਹਨਾਂ ਦੇ ਨਾਲ ਕੋਈ ਮਰਦ ਹੋਵੇ, ਚਾਹੇ ਉਹਨਾਂ ਦਾ ਭਰਾ ਜਾਂ ਕੋਈ ਹਸਬੈਂਡ ਵਗੈਰਾ ਜਾਂ ਫਾਦਰ ਵਗੈਰਾ ਨਾਲ ਹੋਣਗੇ ਤਾਂ ਹੀ ਨਿਕਲਣਗੀਆਂ। ਇਸ ਤੋਂ ਇਲਾਵਾ ਕੁੜੀਆਂ ਬਾਹਰ ਨਹੀਂ ਨਿਕਲ ਸਕਦੀਆਂ। ਉਹਨਾਂ ਦੇ ਸਿਨੇਮਾ ਦੇਖਣ 'ਤੇ, ਉਹਨਾਂ ਦੇ ਖੇਡਣ 'ਤੇ, ਮਿਊਜ਼ਿਕ ਸੁਣਨ 'ਤੇ ਹਰ ਤਰ੍ਹਾਂ ਦੀ ਪਾਬੰਦੀ ਲਾਤੀ। ਇਹ ਉਸ ਸਮੇਂ ਦੇ ਕੁਝ ਲੋਕਾਂ ਦਾ ਕਹਿਣਾ ਸੀ। ਪਰ ਇਸ ਦੇ ਨਾਲ ਵੀ ਮਤਲਬ ਕਿ UNO ਤੱਕ ਜਾਂ ਬਾਕੀ ਦੇਸ਼ਾਂ ਤੱਕ ਕੋਈ ਅਸਰ ਨਹੀਂ ਹੋਇਆ ਕਿ ਉੱਥੇ ਕੀ ਮਾਹੌਲ ਚੱਲ ਰਿਹਾ। ਪਰ ਹੌਲੀ ਹੌਲੀ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿਨ੍ਹਾਂ ਨਾਲ ਤਾਲੀਬਾਨ ਦੀ ਇੱਕ ਨੈਗੇਟਿਵ ਇਮੇਜ ਮਤਲਬ ਪਤਾ ਲੱਗਣ ਲੱਗਾ ਵੀ ਇਹ ਕਿੰਨਾ ਜ਼ਿਆਦਾ ਅਤਿਆਚਾਰ ਉੱਥੇ ਲੋਕਾਂ 'ਤੇ ਕਰ ਰਹੇ ਆ। ਇਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਘਟਨਾ ਸੀ, ਇੱਕ ਕੁੜੀ ਸੀ ਅਫਗਾਨਿਸਤਾਨ ਦੇ ਵਿੱਚ, ਮਲਾਲਾ ਯੂਸਫਜ਼ਾਈ। ਉਹ ਕੁੜੀ ਨੇ ਤਾਲੀਬਾਨ ਦੇ ਖਿਲਾਫ ਇੱਕ ਸੰਘਰਸ਼ ਸ਼ੁਰੂ ਕੀਤਾ ਸੀ ਕਿ ਜੋ ਉਹਨਾਂ ਨੇ ਸਿੱਖਿਆ ਦੇ, ਕੁੜੀਆਂ ਦੀ ਸਿੱਖਿਆ 'ਤੇ ਰੋਕ ਲਾਈ ਸੀ, ਉਸ ਦੇ ਵਿਰੁੱਧ ਉਹਨੇ ਆਵਾਜ਼ ਚੱਕੀ ਸੀ। ਇਸ ਤੋਂ ਨਾ ਖੁਸ਼ ਹੋ ਕੇ ਤਾਲੀਬਾਨ ਵਾਲਿਆਂ ਨੇ ਇੱਕ ਦਿਨ ਜਦੋਂ ਮਲਾਲਾ ਯੂਸਫਜ਼ਾਈ ਪੇਪਰ ਦੇਣ ਜਾ ਰਹੀ ਸੀ ਉਹਦੇ 'ਤੇ ਹਮਲਾ ਕਰਤਾ, ਉਹਦੇ ਸਿਰ 'ਤੇ ਗੋਲੀ ਮਾਰਤੀ। ਇਸ ਤੋਂ ਬਾਅਦ ਉਹਨੂੰ ਮਰੀ ਹੋਈ ਨੂੰ ਸਮਝ ਕੇ ਉੱਥੇ ਛੱਡ ਕੇ ਚਲੇ ਗਏ। ਪਰ ਕਿਸਮਤ ਚੰਗੀ ਸੀ, ਮਲਾਲਾ ਯੂਸਫਜ਼ਾਈ ਸਿਰ 'ਤੇ ਗੋਲੀ ਲੱਗਣ ਦੇ ਬਾਵਜੂਦ ਵੀ ਬਚ ਗਈ। ਉਸ ਤੋਂ ਬਾਅਦ ਲੰਡਨ ਲਿਜਾ ਕੇ ਆਪਰੇਸ਼ਨ ਹੋਇਆ। ਥੋੜ੍ਹਾ ਟਾਈਮ ਉਹ ਕੋਮਾ ਦੇ ਵਿੱਚ ਰਹੀ, ਪਰ ਬਾਅਦ ਵਿੱਚ ਉਸ ਨੂੰ ਹੋਸ਼ ਆ ਗਿਆ। ਪਰ ਜਦੋਂ ਉਸ ਦੀ ਕਹਾਣੀ ਲੋਕਾਂ ਤੱਕ ਪਹੁੰਚੀ ਤਾਂ ਇੱਕਦਮ ਪੂਰੀ ਦੁਨੀਆ ਦੇ ਵਿੱਚ ਜਿਹੜੀ ਤਾਲੀਬਾਨ ਦੀ ਇਮੇਜ ਸੀ ਬਹੁਤ ਨੈਗੇਟਿਵ ਗਈ ਵੀ ਕਿ ਕਿਵੇਂ ਇੱਕ ਕੁੜੀ 'ਤੇ ਮਤਲਬ ਉਹਨਾਂ ਨੇ ਗੋਲੀ ਚਲਾਈ, ਉਹ ਵੀ ਉਸ ਕੁੜੀ 'ਤੇ ਜਿਸ ਨੇ ਉੱਥੇ ਕੁੜੀਆਂ ਦੀ ਸਿੱਖਿਆ ਦੇ ਲਈ ਆਵਾਜ਼ ਚੱਕੀ ਸੀ। ਕਿਉਂਕਿ ਤਾਲੀਬਾਨ ਦਾ ਉਹਨਾਂ ਦਾ ਕਹਿਣਾ ਸੀ ਕਿ ਤਾਲੀਬਾਨ ਨੇ ਕਿਹਾ ਸੀ ਕਿ 10 ਸਾਲ ਦੀ ਉਮਰ ਤੋਂ ਬਾਅਦ ਕੁੜੀਆਂ ਸਕੂਲ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਉਹ ਬਿਲਕੁਲ ਨਹੀਂ ਕਰ ਸਕਦੀਆਂ। ਇਸ ਤੋਂ ਇਲਾਵਾ ਬਾਅਦ ਵਿੱਚ ਜਦੋਂ 2001 ਦੇ ਵਿੱਚ 9/11 ਹਮਲਾ ਹੁੰਦਾ ਅਮਰੀਕਾ 'ਤੇ ਵਰਲਡ ਟ੍ਰੇਡ ਸੈਂਟਰ 'ਤੇ, ਉਹ ਹਮਲੇ ਦਾ ਜਿਹੜਾ ਜ਼ਿੰਮੇਵਾਰ ਸੀ ਉਹ ਉਸਾਮਾ ਬਿਨ ਲਾਦੇਨ ਸੀ। ਤਾਂ ਅਮਰੀਕਾ ਦੇ ਲਈ ਉਸਾਮਾ ਬਿਨ ਲਾਦੇਨ ਉਸ ਸਮੇਂ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੋ ਗਿਆ ਸੀ, ਕਿਉਂਕਿ ਉਸ ਹਮਲੇ ਦੇ ਵਿੱਚ 9/11 ਦੇ ਵਿੱਚ ਹਜ਼ਾਰਾਂ ਹੀ ਲੋਕ ਮਾਰੇ ਗਏ ਅਤੇ ਕਈ ਹਜ਼ਾਰਾਂ ਹੀ ਲੋਕ ਜ਼ਖਮੀ ਹੋਏ। ਅਤੇ ਅਮਰੀਕਾ ਨੂੰ ਪਤਾ ਸੀ ਕਿ ਜਿਹੜਾ ਉਸਾਮਾ ਬਿਨ ਲਾਦੇਨ ਆ ਉਹਨੂੰ ਪਨਾਹ ਤਾਲੀਬਾਨ ਦੇ ਰਿਹਾ ਅਤੇ ਉਹ ਅਫਗਾਨਿਸਤਾਨ ਦੇ ਵਿੱਚ ਲੁਕਿਆ ਪਿਆ। ਇਸ ਤੋਂ ਬਾਅਦ 2001 ਦੇ ਵਿੱਚ ਇਹ ਘਟਨਾ ਹੁੰਦੀ ਹੈ। ਇਸ ਤੋਂ ਬਾਅਦ ਅਮਰੀਕਾ ਆਪਣੀ ਸਾਰੀ ਸੈਨਾ ਅਤੇ ਇੱਥੋਂ ਤੱਕ ਕਿ ਨਾਟੋ ਫੋਰਸ ਨੂੰ ਵੀ ਅਫਗਾਨਿਸਤਾਨ ਦੇ ਵਿੱਚ ਲੈ ਆਉਂਦਾ। ਇਹਦੇ ਨਾਲ ਕੀ ਹੁੰਦਾ, ਉਹ 2-3 ਮਹੀਨਿਆਂ ਦੇ ਵਿੱਚ ਹੀ ਤਾਲੀਬਾਨ ਦੀ ਜਿਹੜੀ ਗੱਦੀ ਸੀ ਉਹਨਾਂ ਤੋਂ ਖੋਹ ਲੈਂਦਾ। ਅਤੇ ਜਿਹੜੇ ਤਾਲੀਬਾਨ ਦੇ ਲੀਡਰ ਸੀ, ਚਾਹੇ ਮੁੱਲਾ ਮੁਹੰਮਦ ਉਮਰ ਸੀ ਜਾਂ ਬਾਕੀ ਜਿਹੜੇ ਲੀਡਰ ਸੀ, ਉਹਨਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਪਾਕਿਸਤਾਨ ਦੌੜਨਾ ਪਿਆ। ਉਹਨਾਂ ਨੇ ਪਾਕਿਸਤਾਨ ਫਿਰ ਪਨਾਹ ਲਈ ਅਤੇ ਕਿਹਾ ਜਾਂਦਾ ਜਿੱਥੇ 2013 ਦੇ ਵਿੱਚ ਜਿਹੜਾ ਪਹਿਲਾ ਤਾਲੀਬਾਨ ਦਾ ਲੀਡਰ ਸੀ ਮੁੱਲਾ ਮੁਹੰਮਦ ਉਮਰ, ਉਹਦੀ ਉੱਥੇ ਮੌਤ ਹੋ ਗਈ। ਅਤੇ ਹੁਣ ਲਗਾਤਾਰ ਪਿਛਲੇ 20 ਸਾਲਾਂ ਤੋਂ ਅਮਰੀਕਾ ਦਾ ਅਫਗਾਨਿਸਤਾਨ 'ਤੇ ਕਬਜ਼ਾ ਸੀ। ਪਰ 2020 ਦੇ ਵਿੱਚ ਜਦੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਕਿ ਅਗਲੇ ਸਾਲ ਤੱਕ ਆਪਾਂ ਜਿਹੜੀ ਸਾਰੀ ਫੋਰਸ ਆ 2021 ਤੱਕ ਉਹ ਅਮਰੀਕਾ ਦੀ ਵਾਪਸ ਅਮਰੀਕਾ ਲੈ ਜਾਣੀ ਅਫਗਾਨਿਸਤਾਨ ਤੋਂ। ਇਹਦੇ ਤੋਂ ਪਹਿਲਾਂ ਉਹਨਾਂ ਨੇ ਇੱਕ ਦੋਹਾ ਡੀ ਨਾਂ ਦੀ ਸੰਧੀ ਕੀਤੀ ਸੀ। ਜਿਹੜੇ ਤਾਲੀਬਾਨ ਦੇ ਕੁਝ ਲੋਕ ਉੱਥੇ ਬਾਕੀ ਸੀ, ਉਹਨਾਂ ਨੇ ਬਾਕੀ ਸੰਧੀ ਦੀਆਂ ਜਿਹੜੀਆਂ ਸ਼ਰਤਾਂ ਸੀ ਉਹਨਾਂ ਵਿੱਚੋਂ 2 ਸ਼ਰਤਾਂ ਅਹਿਮ ਸੀ। ਇੱਕ ਉਹਨਾਂ ਨੇ ਸ਼ਰਤ ਰੱਖੀ ਸੀ ਅਮਰੀਕਾ ਨੇ, ਡੋਨਲਡ ਟਰੰਪ ਨੇ ਉਸ ਸਮੇਂ, ਕਿ ਇੱਕ ਤਾਂ ਤਾਲੀਬਾਨ ਵਾਲਿਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕੋਈ ਵੀ ਹਿੰਸਕ ਰੂਪ ਨਹੀਂ ਧਾਰਨਾ, ਅਤੇ ਦੂਸਰਾ ਜਿਹੜੀ ਉੱਥੋਂ ਦੀ ਗੌਰਮੈਂਟ ਆ ਉਹਦੇ ਨਾਲ ਰਲ ਕੇ ਹੀ ਚੱਲਣਾ ਆ। ਪਰ ਜਦੋਂ 2021 ਦੇ ਵਿੱਚ ਹੁਣ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਬਣੇ ਨਵੇਂ, ਤਾਂ ਉਹਨਾਂ ਨੇ ਜਦੋਂ ਆਪਣਾ ਫਰਵਰੀ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਜਦੋਂ ਹੁਣ ਅਮਰੀਕਾ ਦੇ ਵਿੱਚ 9/11 ਹਮਲੇ ਦੀ 20ਵੀਂ ਵਰ੍ਹੇਗੰਢ ਆਉਣੀ ਆ 2021 ਦੇ ਵਿੱਚ, ਤਾਂ ਉਹਨੇ ਕਿਹਾ ਜੋ ਬਾਈਡਨ ਕਿ ਉਸ ਤੋਂ ਪਹਿਲੋਂ ਅਸੀਂ ਜਿਹੜੀ ਬਾਕੀ ਫੋਰਸ ਰਹਿੰਦੀ ਆ ਅਮਰੀਕਾ ਦੀ ਉਹ ਸਾਰੀ ਨਾਟੋ ਫੋਰਸ ਸਮੇਤ ਅਸੀਂ ਵਾਪਸ ਅਮਰੀਕਾ ਬੁਲਾ ਲੈਣੀ ਆ। ਉਹਨੇ ਕਿਹਾ ਕਿ ਜਿਹੜੀ ਸੰਧੀ ਜਾਂ ਮਤਲਬ ਸਮਝੌਤਾ ਹੋਇਆ ਸੀ, ਜੋ ਕੁਛ ਵੀ ਹੋਇਆ ਸੀ, ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ। ਇਸ ਤੋਂ ਬਾਅਦ ਤਾਲੀਬਾਨ ਕੀ ਕਰਦਾ ਕੀ ਨਹੀਂ ਕਰਦਾ ਇਹ ਅਫਗਾਨਿਸਤਾਨ ਦੀ ਜ਼ਿੰਮੇਵਾਰੀ ਆ। ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਤਾਲੀਬਾਨ ਨੂੰ ਮੁੜ ਤੋਂ ਸ਼ਹਿ ਮਿਲ ਗਈ। ਮੁੜ ਤੋਂ ਉਹਨਾਂ ਨੂੰ ਲੱਗਾ ਵੀ ਕਿ ਅਸੀਂ ਇੱਕ ਵਾਰ ਫਿਰ ਇੱਥੇ ਸਰਗਰਮ ਹੋ ਸਕਦੇ ਹਾਂ, ਕਿਉਂਕਿ ਅਮਰੀਕਾ ਨੇ ਬਿਲਕੁਲ ਸਾਫ਼ ਮਨਾ ਕਰਤਾ ਸੀ ਵੀ ਹੁਣ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਹੌਲੀ ਹੌਲੀ ਜਿਹੜੀ ਆਪਣੀ ਫੋਰਸ ਆ ਉੱਥੋਂ ਵਾਪਸ ਸੱਦ ਲੈਣੀ। ਜਿਉਂ-ਜਿਉਂ ਅਮਰੀਕਾ ਹੁਣ 2021 ਦੇ ਵਿੱਚ ਆਪਣੀ ਫੋਰਸ ਵਾਪਸ ਬੁਲਾ ਰਿਹਾ ਸੀ, ਤਿਉਂ-ਤਿਉਂ ਤਾਲੀਬਾਨ ਮੁੜ ਤੋਂ ਸਰਗਰਮ ਹੋਣਾ ਸ਼ੁਰੂ ਹੋ ਗਿਆ। ਦੇਖਦੇ ਦੇਖਦੇ ਹੀ ਹੁਣ
ਅੱਜ ਦੀ ਤਰੀਕ ਦੇ ਵਿੱਚ ਤਾਲਿਬਾਨ ਨੇ ਮੁੜ ਜਿੱਦਾਂ ਪਹਿਲੋਂ ਸ਼ੁਰੂਆਤ ਕੀਤੀ ਸੀ ਹੌਲੀ ਹੌਲੀ, ਉਸੇ ਹੀ ਤਰ੍ਹਾਂ ਉਹਨਾਂ ਨੇ ਸਾਰੇ ਮਤਲਬ ਅਫਗਾਨਿਸਤਾਨ 'ਤੇ ਇੱਕ ਵਾਰ ਫਿਰ ਆਪਣਾ ਕਬਜ਼ਾ ਕਰ ਲਿਆ। ਇੱਥੋਂ ਤੱਕ ਕਿ ਕੱਲ੍ਹ ਉਹਨਾਂ ਦੇ ਜਿਹੜੀ ਤਸਵੀਰਾਂ ਵਾਇਰਲ ਹੋ ਰਹੀਆਂ ਉਹ ਹੋ ਰਹੀਆਂ ਆ ਅਫਗਾਨਿਸਤਾਨ ਦੀ ਪਾਰਲੀਮੈਂਟ ਤੋਂ, ਉਹਨਾਂ ਦੀ ਸੰਸਦ ਤੋਂ, ਜਿੱਥੇ ਇਸ ਸਮੇਂ ਜਿਹੜਾ ਤਾਲਿਬਾਨ ਦਾ ਡਿਪਟੀ ਲੀਡਰ ਆ ਅਬਦੁਲ ਗਨੀ, ਉਹ ਸੰਸਦ ਦੇ ਵਿੱਚ ਬੈਠਾ ਹੋਇਆ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਵਿੱਚ, ਜਿਸ ਤੋਂ ਮਤਲਬ ਕਿ ਇਹ ਗੱਲ ਜ਼ਾਹਿਰ ਹੁੰਦੀ ਹੈ ਕਿ ਇਸ ਸਮੇਂ ਤਾਲਿਬਾਨ ਦਾ ਪੂਰੇ ਅਫਗਾਨਿਸਤਾਨ 'ਤੇ ਬਿਲਕੁਲ ਰਾਜ ਹੋਇਆ ਪਿਆ। ਉਹਨਾਂ ਨੇ ਇੱਕ ਵਾਰ ਫਿਰ ਜਿਵੇਂ ਉਹਨਾਂ ਨੇ 1996 ਦੇ ਵਿੱਚ ਸਾਰੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਸੀ, ਉਸੇ ਹੀ ਤਰ੍ਹਾਂ ਮੁੜ ਹੁਣ ਉਹਨਾਂ ਨੇ ਅਫਗਾਨਿਸਤਾਨ ਸਾਰੇ 'ਤੇ ਆਪਣਾ ਕਬਜ਼ਾ ਕਰ ਲਿਆ। ਕੋਈ ਤਸਵੀਰਾਂ ਉੱਥੋਂ ਬਹੁਤ ਦਰਦਨਾਕ ਸਾਹਮਣੇ ਵੀ ਆ ਰਹੀਆਂ, ਜਿਨ੍ਹਾਂ ਦੇ ਵਿੱਚ ਕੋਈ ਸਿੱਖ ਪਰਿਵਾਰ ਜਾਂ ਹੋਰ ਘੱਟ ਗਿਣਤੀ ਪਰਿਵਾਰਾਂ ਦੇ ਫਸੇ ਹੋਣ ਦੀਆਂ, ਜਾਂ ਕੁਝ ਲੋਕ ਜਿਹੜੇ ਉਦੋਂ ਉੱਥੇ ਦੇ ਜਿਹੜੇ ਰਾਸ਼ਟਰਪਤੀ ਆ ਅਸ਼ਰਫ ਗਨੀ, ਉਹਦੇ ਜਿਹੜੇ ਹਮਾਇਤੀ ਆ ਉਹ ਉੱਥੋਂ ਦੌੜ ਰਹੇ ਆ। ਇੱਥੋਂ ਤੱਕ ਕਿ ਜਿਹੜੇ 2-3 ਮਹੀਨੇ ਪਹਿਲੋਂ ਜਦੋਂ ਤਾਲਿਬਾਨ ਮੁੜ ਸਰਗਰਮ ਹੋਣਾ ਸ਼ੁਰੂ ਹੋਇਆ ਸੀ, ਤਾਂ ਲੋਕਾਂ ਨੇ ਜਿਹੜੇ ਉੱਥੇ ਅਫਗਾਨਿਸਤਾਨ ਦੇ ਲੋਕ ਸੀ ਉਹਨਾਂ ਨੇ ਹੋਰ ਦੇਸ਼ਾਂ ਦਾ ਰੁਖ ਕਰਨਾ ਸ਼ੁਰੂ ਕਰਤਾ। ਤਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਬਿਆਨ ਆਇਆ ਸੀ ਵੀ ਜਿਹੜੇ ਲੋਕ ਤਾਲਿਬਾਨ ਤੋਂ ਡਰ ਕੇ ਜਾਂ ਆਪਣੀ ਮੌਜ ਲਈ ਅਫਗਾਨਿਸਤਾਨ ਨੂੰ ਛੱਡ ਰਹੇ ਆ, ਸਾਡਾ ਉਹਨਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ। ਜੋ ਇਸ ਸਮੇਂ ਦੇਸ਼ ਦਾ ਸਾਥ ਨਹੀਂ ਦੇ ਰਹੇ, ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਅੱਜ ਦੀ ਤਰੀਕ ਵਿੱਚ ਹੁਣ ਤਾਜ਼ਾ ਖਬਰਾਂ ਦੇ ਅਨੁਸਾਰ ਉੱਥੋਂ ਦਾ ਰਾਸ਼ਟਰਪਤੀ ਅਸ਼ਰਫ ਗਨੀ ਆਪ ਖੁਦ ਅਫਗਾਨਿਸਤਾਨ ਛੱਡ ਕੇ ਦੌੜ ਗਿਆ, ਹੋਰ ਕਿਸੇ ਮੁਲਕ ਦੇ ਵਿੱਚ ਉਹਨੇ ਪਨਾਹ ਲੈ ਲਈ, ਇਸ ਤੋਂ ਡਰਦੇ ਹੋਏ ਨੇ। ਜਦ ਦੇਸ਼ ਦਾ ਰਾਸ਼ਟਰਪਤੀ ਜਿਹੜਾ ਮੇਨ ਲੀਡਰ ਆ ਉਹ ਡਰ ਕੇ ਦੌੜ ਗਿਆ, ਤਾਂ ਬਿਲਕੁਲ ਸਾਫ਼ ਜ਼ਾਹਿਰ ਹੁੰਦਾ ਕਿ ਤਾਲਿਬਾਨ ਨੇ ਸੰਪੂਰਨ ਤੌਰ 'ਤੇ ਅਫਗਾਨਿਸਤਾਨ 'ਤੇ ਇਸ ਸਮੇਂ ਕਬਜ਼ਾ ਕੀਤਾ ਹੋਇਆ। ਬੇਸ਼ੱਕ ਤਾਲਿਬਾਨ ਦੇ ਡਿਪਟੀ ਲੀਡਰ ਅਬਦੁਲ ਗਨੀ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਜਿਹੜੇ ਘੱਟ ਗਿਣਤੀਆਂ ਆ ਉਹਨਾਂ ਨੂੰ ਉੱਥੇ ਕੋਈ ਖਤਰਾ ਨਹੀਂ, ਆਪਾਂ ਉਹਨਾਂ ਦੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਾਂਗੇ। ਪਰ ਫਿਰ ਵੀ ਜੋ ਉੱਥੋਂ ਤਸਵੀਰਾਂ ਆ ਰਹੀਆਂ ਬਹੁਤ ਦਰਦਨਾਕ ਨੇ। ਡਰ ਲੋਕਾਂ ਦੇ ਵਿੱਚ ਉੱਥੇ ਬਹੁਤ ਫੈਲਿਆ ਹੋਇਆ ਆ, ਤੇ ਹੁਣ ਆਪਾਂ ਦੇਖਾਂਗੇ ਕਿ ਸਰਕਾਰਾਂ ਜਿਹੜੇ ਸਾਡੇ ਲੋਕ ਉੱਥੇ ਫਸੇ ਹੋਏ ਆ ਉਹਨਾਂ ਨੂੰ ਲਿਆਉਣ ਦੇ ਲਈ ਕੀ ਕੋਸ਼ਿਸ਼ਾਂ ਕਰਦੀਆਂ ਨੇ। ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਧੰਨਵਾਦ। ਇਹ ਆ ਤਾਲਿਬਾਨ ਦੀ ਸਾਰੀ ਕਹਾਣੀ।